ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਸੋਹਣ ਸਿੰਘ ਦਿਓ ਜੀ ਨਾਲ, ਜਿਹੜੇ ਕਿ ਪਿਛਲੇ 2 ਹਫ਼ਤਿਆਂ ਤੋਂ ਸਾਡੇ ਨਾਲ ਆ ਕੇ ਸਾਂਝ ਪਾ ਰਹੇ ਨੇ ਅਤੇ ਇਹਨਾਂ ਨੇ ਦੱਸਿਆ ਕਿ ਕਿਵੇਂ ਇੱਥੇ ਪਹੁੰਚੇ ਸੀ, ਉਸ ਤੋਂ ਬਾਅਦ ਕਿਵੇਂ ਗੁਰਦੁਆਰੇ ਪੋਲੀਟਿਕਸ ਇਨਵੋਲਵ ਹੋਏ। ਤੇ ਪਿਛਲੇ ਹਫ਼ਤੇ ਅਸੀਂ ਪਹੁੰਚ ਗਏ ਸੀ 1997 ਦੇ ਵਿੱਚ, ਜੋ ਰਣਜੀਤ ਸਿੰਘ ਜੀ ਵੱਲੋਂ ਆਇਆ ਹੁਕਮਨਾਮਾ, ਜਿਸ ਨੇ ਕਿ ਕਮਿਊਨਿਟੀ ਨੂੰ ਦੁਫਾੜ ਕਰ ਦਿੱਤਾ। ਇਹ ਕੀ ਇੰਨਾ ਵੱਡਾ ਮੁੱਦਾ ਸੀ ਕਿ ਅਸੀਂ ਉਸ ਨੂੰ ਸਮਝ ਨਹੀਂ ਸਕੇ? ਕੀ ਕਾਰਨ ਹੋਇਆ? ਉਸ ਸਮੇਂ ਕਿਹੋ ਜਿਹੀ ਸਿਚੁਏਸ਼ਨ ਸੀ? ਕੀ ਕੋਈ ਕਮਿਊਨਿਟੀ ਦੇ ਵਿੱਚੋਂ ਸੁਹਿਰਦ ਵਿਅਕਤੀਆਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਬੈਠ ਕੇ ਇਸ ਨੂੰ ਸੁਲਝਾ ਲਿਆ ਜਾਏ? ਕਿਉਂਕਿ ਜੋ ਉਸ ਦਾ ਨੁਕਸਾਨ ਹੋਇਆ ਉਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ। ਆਓ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਣੇ। ਜੀ ਅਨੂ ਜੀ, ਵਨਸ ਅਗੇਨ ਵੈਲਕਮ ਟੂ ਦ ਹਾਂਜੀ, ਥੈਂਕ ਯੂ ਜੀ। ਸੋ 1984 ਤੋਂ 97 ਦਾ ਜਿਹੜਾ ਪੀਰੀਅਡ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਮਿਊਨਿਟੀ ਦੇ ਵਿੱਚ ਆਏ, ਗੁਰਦੁਆਰੇ ਦੇ ਕਾਬਜ਼ ਹੋ ਗਏ, ਕੋਈ ਚਲੇ ਗਏ, ਕੋਈ ਆ ਗਏ, ਲੜਾਈਆਂ ਵੀ ਹੋਈਆਂ, ਪਰ 97 ਦਾ ਜਿਹੜਾ ਪੀਰੀਅਡ ਹੋਇਆ ਉਹ ਉਸਨੇ ਬਿਲਕੁਲ ਹੀ ਕਮਿਊਨਿਟੀ ਨੂੰ 2 ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ। ਉਹ ਲੋਕ ਜਿਹੜੇ ਕਿ ਤੱਪੜਾਂ ਦੇ ਉੱਤੇ ਬੈਠ ਕੇ ਲੰਗਰ ਦੀ ਗੱਲ ਕਰਦੇ ਸੀ ਤੇ ਇੱਕ ਜਿਹੜੇ ਕਹਿੰਦੇ ਸੀ ਪੁਰਾਣੇ ਤਰੀਕੇ ਨਾਲ ਹੀ ਰੱਖਿਆ ਜਾਵੇ। ਕਿ ਉਸ ਸਮੇਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਕਿ ਕਮਿਊਨਿਟੀ 'ਚ ਕੋਈ ਐਸਾ ਵਿਅਕਤੀ ਨਹੀਂ ਸੀ ਜਿਹੜਾ ਕਿ ਦੋਨੋਂ ਗਰੁੱਪਾਂ ਨੂੰ ਬਿਠਾ ਕੇ ਇਹ ਸਮਝਾ ਸਕਦਾ? ਦੇਖੋ ਜੀ, ਉਹ ਜਿਹੜੀ ਸਿਚੁਏਸ਼ਨ ਸੀ ਨਾ, ਬਿਠਾਲ ਕੇ ਸਮਝਾਉਣੇ ਵਾਲੀ, ਉਹ ਤਾਂ ਹੁੰਦੀ ਆ ਜਿਸ ਵੇਲੇ ਤੁਸੀਂ ਹੈ ਨਾ ਕਿਸੇ ਚੀਜ਼ ਨੂੰ, ਮੇਰਾ ਮਤਲਬ ਉਹਦੇ ਨਾਲ ਨੈਗੋਸ਼ੀਏਟ ਕਰਨ ਲਈ ਤਿਆਰ ਹੁੰਦੇ ਆ। ਰਾਈਟ। ਅਸੀਂ ਅੰਮ੍ਰਿਤਸਰ ਗਏ ਸੀਗੇ, ਮੇਰੇ ਨਾਲ ਜੌਲ ਸਾਹਿਬ ਸੀਗਾ, ਮੇਰੇ ਖਿਆਲ ਬਿੱਕਰ ਸਿੰਘ ਸੀਗਾ, ਤਾਂ ਬਾਗੀ ਸੀਗਾ, ਇਹ 2-4 ਜਿਹੜੇ ਸੀ ਇਹ ਜਥੇਦਾਰ ਉਹਨਾਂ ਦੇ ਕੋਲ ਅਸੀਂ ਗਏ ਆ। ਇਹ ਥੋੜ੍ਹੀ ਜਿਹੀ ਗੱਲ ਪਹਿਲਾਂ ਚੱਲਦੀ ਸੀਗੀ। ਅਸੀਂ ਉਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਥੇਦਾਰ ਜੀ, ਤੁਸੀਂ ਉਸ ਮੁਲਕ ਦੇ ਵਿੱਚ ਆਇਓ, ਆ ਕੇ ਸਿਚੁਏਸ਼ਨ ਦੇਖਿਓ, ਸਿਚੁਏਸ਼ਨ ਦੇਖ ਕੇ, ਕਿਉਂਕਿ ਉਸ ਮੁਲਕ ਦੀ ਸਿਚੁਏਸ਼ਨ ਸਾਡੇ ਇੱਥੇ ਦੀ ਸਿਚੁਏਸ਼ਨ, ਇੰਡੀਆ ਦੀ ਸਿਚੁਏਸ਼ਨ, ਪੰਜਾਬ ਦੀ ਸਿਚੁਏਸ਼ਨ ਡਿਫਰੈਂਟ ਆ ਕੇ ਤੁਸੀਂ ਦੇਖ ਕੇ, ਨਾਲੇ ਤੁਸੀਂ ਫਿਰ ਉਸ ਵੇਲੇ ਤੁਸੀਂ ਆਪਣਾ ਸੁਝਾਅ ਵੀ ਦੇ ਸਕਦੇ ਆ, ਸਾਡੇ ਵੀ ਸੁਣ ਸਕਦੇ ਆ। ਲੇਕਿਨ ਸਾਡੇ ਕੋਲ ਉਹ ਮੰਨ ਗਏ। ਓਕੇ, ਉਹ ਪੇ ਮੈਂ ਕਰੂੰਗਾ। ਰਣਜੀਤ ਸਿੰਘ ਜੀ ਸੀ? ਰਣਜੀਤ ਸਿੰਘ। ਓਕੇ, ਰਣਜੀਤ ਤੁਸੀਂ ਮਿਲੇ ਸੀ ਰਣਜੀਤ ਸਿੰਘ? ਬਿਲਕੁਲ, ਅਸੀਂ ਮਿਲੇ ਹਾਂ ਜੀ। ਅੱਛਾ, ਉਸ ਸਮੇਂ ਮੰਨ ਗਏ ਸੀ? ਮੰਨ ਗਏ ਸੀ, ਕਹਿੰਦੇ ਠੀਕ ਆ ਅਸੀਂ ਆਵਾਂਗੇ। ਲੇਕਿਨ ਉਹਨਾਂ ਦੇ ਹੁਣ ਮੈਂ ਚਲੋ ਉਹਨਾਂ ਦੇ ਕੋਲ ਇੱਕ ਚਿੱਠੀ ਸੀ ਗਈ ਉਹ ਜੀ, ਉਹ ਕਹਿੰਦੇ ਆ ਚਿੱਠੀ ਜਿਹੜੀ ਆ ਵੀ ਇਹੋ ਜਿਹੜੇ ਹੈਗੇ ਆ ਨਵੀਨਵਾਦੀ ਜਿਹੜੇ ਮੋਡਰੇਟ, ਸਮਝ ਲਓ ਉਸ ਲਈ ਮੋਡਰੇਟ ਨਾਂ ਨਹੀਂ ਸੀ ਹਾਲੇ ਮਿਲਿਆ। ਓਕੇ, ਕਹਿੰਦੇ ਉਹਨਾਂ ਵੱਲੋਂ ਆਈ ਆ ਉਹ ਜਿਹੜੀ ਚਿੱਠੀ। ਉਹਨੇ ਸਾਨੂੰ, ਮੈਂ ਕਿਹਾ ਉਹਨਾਂ ਨੂੰ, ਮੈਂ ਅਸੀਂ ਇਹ ਗੱਲ ਸਮਝਾਈ ਵੀ ਜਿਹੜੀ ਆ ਨਾ ਜੀ ਚਿੱਠੀ ਆ, ਇਹ ਜਿਹੜੀ ਤੁਸੀਂ ਚਿੱਠੀ ਕਹਿੰਦੇ ਆ, ਇਹ ਬਿਲਕੁਲ ਉਹਨਾਂ ਵੱਲੋਂ ਨਹੀਂ ਆਈ। ਇਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਆ, ਇਹ ਮੈਂ ਕਿਹਾ ਇਹ ਆਮ ਬੰਦਾ, ਸਧਾਰਨ ਜਿਹੜਾ ਅਕਲ ਵਾਲਾ ਬੰਦਾ, ਉਹ ਇਦਾਂ ਦੀਆਂ ਗਿਰੀਆਂ ਗੱਲਾਂ ਨਹੀਂ ਲਿਖ ਸਕਦਾ। ਸੋ ਕੀ ਉਹ ਪਰਸਨਲ ਕੋਈ ਅਟੈਕ ਕੀਤਾ? ਪਰਸਨਲ। ਓਕੇ, ਪਰਸਨਲ। ਤੇ ਦੂਜੀ ਗੱਲ ਆ, ਅਸੀਂ ਉਹਨਾਂ ਨੂੰ ਇਹ ਗੱਲ ਕਹੀ ਵੀ ਦੇਖੋ, ਇਹ ਤਾਂ ਚਿੱਠੀ ਉਹੀ ਲਿਖ ਸਕਦਾ ਜਿਹੜੇ ਤੁਹਾਡੇ ਜੀਵਨ ਦੇ ਨਾਲ ਜੁੜਿਆ ਹੋਇਆ, ਜਿਹੜਾ ਕੋਈ ਜੁੜਿਆ ਹੋਵੇ। ਜਿਹੜੇ ਉਹ ਬੰਦੇ, ਉਹਨਾਂ ਨੂੰ ਤਾਂ ਨਹੀਂ ਬਿਲਕੁਲ ਇਦਾਂ ਦੀ ਵੀ ਤੁਸੀਂ ਇਹ ਭੁੱਲ ਜਾਓ। ਖੈਰ, ਉਹ ਕਹਿੰਦੇ ਠੀਕ ਵਾ, ਚਲੋ ਛੱਡੋ। ਉਹ ਤੋਂ ਬਾਅਦ ਫਿਰ ਹੈ ਨਾ ਜੀ, ਜਿਸ ਵੇਲੇ ਆ ਕੇ ਜਿਹੜਾ ਤੁਸੀਂ ਕਹਿੰਦੇ ਆ ਵੀ ਹੋ ਸਕਦਾ ਸੀਗਾ, ਹੋ ਇਦਾਂ ਹੀ ਸਕਦਾ ਸੀਗਾ ਵੀ ਇਹ ਜਿਹੜੇ ਸੀਗੇ, ਜਦੋਂ ਇਹ ਪਹਿਲੀ ਤਾਂ ਗੱਲ ਆ, ਜਥੇਦਾਰ ਹੋਣਾ ਨੇ ਜੀ ਹੁਕਮ ਬੜਾ ਸਖਤ ਦਿੱਤਾ ਵੀ ਜੀ ਆ ਜਿਹੜੇ ਹੈਗੇ ਆ ਇੰਨੇ ਦਿਨਾਂ ਦੇ ਵਿੱਚ ਤੁਸੀਂ ਜਿਹੜੇ ਹੈਗੇ ਆ ਕੁਰਸੀਆਂ ਚੱਕ ਦਿਓ, ਔਰ ਜਿਹੜੇ ਆ ਗ੍ਰੰਥੀ, ਰਾਗੀ, ਢਾਡੀ ਜਿਹੜੇ ਆ, ਉਹ ਅਖੀਰ ਦੇ ਉੱਤੇ ਜਾ ਕੇ, ਮੇਰੇ ਖਿਆਲ ਗੁਰੂ ਅਰਜਨ ਦੇਵ ਜੀ ਦਾ ਦਿਨ, ਉਹ ਗੁਰਪੁਰਬ ਸੀਗਾ ਉਹ, ਵੀ ਉਹ ਉਹਨੇ ਐਂਡ ਦੇ ਦਿੱਤਾ ਵੀ ਉਹ ਤੁਸੀਂ ਉਹ ਜਿਹੜਾ ਛੱਡ ਜਾਓ, ਤਾਂ ਜੇ ਤੁਸੀਂ ਨਾ ਛੱਡੇ ਤਾਂ ਮਤਲਬ ਆ ਵੀ ਸਿੱਖੀ ਦੇ ਵਿਰੋਧ ਆ। ਓਕੇ, ਤਾਂ ਲੇਕਿਨ ਉਸ ਵੇਲੇ ਆ ਕੇ ਫਿਰ ਜਿਹੜੇ ਬੰਦੇ ਸੀਗੇ ਪੁਰਾਣੇ, ਜਾਂ ਉਹਨਾਂ ਨੇ ਕਿਹਾ ਵੀ ਇਹ ਗੱਲ ਨਹੀਂ ਅਸੀਂ ਮੰਨਣੀ, ਵੀ ਅਸੀਂ ਗੁਰਦੁਆਰੇ ਬਣਾਇਓ ਆ, ਅਸੀਂ ਗੁਰਦੁਆਰੇ ਜਿੱਦਾਂ ਅਸੀਂ ਜਾਂਦੇ ਅਸੀਂ ਉੱਦਾਂ ਹੀ ਜਾਣਾ ਆ। ਠੀਕ ਹੈ। ਤਾਂ ਉਸ ਵੇਲੇ ਫਿਰ ਜਿਹੜੀ ਹੈ ਨਾ ਜੀ, ਉਸ ਵੇਲੇ ਜਿਹੜੀ ਕਸ਼ਿਸ਼ ਆ ਬਹੁਤ ਵੱਧ ਗਈ। ਜਦੋਂ ਤੁਸੀਂ ਗਏ ਸੀ ਅੰਮ੍ਰਿਤਸਰ, ਅਕਾਲ ਤਖਤ ਦੇ ਜਥੇਦਾਰਾਂ ਨੂੰ ਮਿਲੇ ਤੇ ਵਾਪਸ ਆਏ, ਕਿੰਨੇ ਕੁ ਸਮੇਂ ਬਾਅਦ ਜੋ ਹੈ ਲਾਗੂ ਕਰ ਦਿੱਤਾ ਗਿਆ ਸੀ ਇਹ ਜਿਹੜਾ ਐਡਿਕਟ ਆ ਗਿਆ ਸੀ? ਮੇਰਾ ਇਹ ਥੋੜੇ ਚਿਰਾਂ ਬਾਅਦ ਹੀ ਆ ਗਿਆ। ਹੁਣ ਮੈਨੂੰ ਬਿਲਕੁਲ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਪਰ ਇੱਥੇ ਆ ਕੇ ਮਹੀਨਿਆਂ ਦੇ ਵਿੱਚ ਆ ਗਿਆ। ਸੋ ਇੱਥੇ ਆ ਕੇ ਤੁਸੀਂ ਜਦੋਂ ਜੋ ਗੱਲਬਾਤ ਹੋਈ ਸੀ ਜਥੇਦਾਰ ਸਾਹਿਬ ਨਾਲ ਕਿ ਜੀ ਮੈਂ ਇਸ ਨੂੰ ਅਜੇ ਆ ਕੇ ਜਾਂ ਦੇਖਾਂਗਾ, ਉਹ ਗੱਲ ਉਹਨਾਂ ਨੇ ਨਾ ਹੀ ਮੰਨੀ ਤੇ ਇੱਕਦਮ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਸੀ? ਹਾਂ, ਸਾਡੇ ਲਈ ਸਰਪ੍ਰਾਈਜ਼ ਸੀਗਾ ਜਿਸ ਵੇਲੇ ਹੈ ਨਾ ਜੀ ਉਹ ਹੁਕਮਨਾਮਾ ਆ ਗਿਆ। ਓਕੇ, ਹੁਕਮਨਾਮਾ ਵੀ ਫਿਰ ਹਰਪ੍ਰੀਤ ਜੀ, ਜਿਹੜਾ ਹੁਕਮਨਾਮਾ ਆਇਆ ਉਹ ਕਿਸੇ ਗੁਰਦੁਆਰੇ ਨੂੰ ਨਹੀਂ ਆਇਆ ਜੀ। ਹੁਣ ਖਾਲਸਾ ਦੀਵਾਨ ਸੁਸਾਇਟੀ ਮੇਨ ਗੁਰਦੁਆਰਾ ਆ, ਇਹਨੂੰ ਆਉਣਾ ਚਾਹੀਦਾ ਸੀਗਾ ਜੀ,
ਲੇਕਿਨ ਇਹਨੂੰ ਹੁਕਮਨਾਮਾ ਨਹੀਂ ਆਇਆ। ਹੁਣ ਇਹ ਨਹੀਂ ਪਤਾ ਵੀ ਹੁਕਮਨਾਮਾ ਕਿਹਨੂੰ ਆਇਆ ਜਾਂ ਪਰਸਨਲ ਆਇਆ ਜਾਂ ਕਿਹਦੇ ਘਰ ਆਇਆ ਜਾਂ ਕੀ ਹੋਇਆ। ਸੋ ਤੁਹਾਡੇ ਹਿਸਾਬ ਨਾਲ ਇੱਥੇ ਕੁਝ ਜਿਹੜੇ ਲੋਕ ਸਨ ਉਹਨਾਂ ਵੱਲੋਂ ਇਹ ਸਭ ਕੁਝ ਕਰਵਾਇਆ? ਅਸੀਂ ਇਹ ਗੱਲ ਕਹਿੰਦੇ ਆ ਵੀ ਕਿਸੇ ਨੂੰ ਪਰਸਨਲ ਆਇਆ, ਨਹੀਂ ਤਾਂ ਜੇ ਸੁਸਾਇਟੀ ਨੂੰ ਆਇਆ ਹੁੰਦਾ ਰਾਈਟ, ਉਸ ਵੇਲੇ ਸੁਸਾਇਟੀ ਦੇ ਵਿੱਚ ਸਾਡੀ ਮਤਲਬ ਸੀਗੀ ਥੋੜੀ ਬਹੁਤੀ, ਮਤਲਬ ਅਸੀਂ ਮੈਂਬਰਸ਼ਿਪ ਜਾਂ ਜਿੱਦਾਂ ਵੀ ਸੀਗਾ, ਇੱਥੇ ਨਹੀਂ ਆਇਆ। ਉਹ ਜਿਹੜੀ ਸੀਗੀ ਨਾ ਉਹ ਉੱਥੋਂ ਆ ਕੇ ਜਿਹੜੀ ਕਸ਼ਮਕਸ਼ ਹੋਈ, ਉਹ ਵੀ ਫੇਰ ਜੇ ਤੁਸੀਂ ਮੈਨੂੰ ਪੁੱਛੋ ਉਹ ਵੀ ਗੁਰਦੁਆਰੇ ਦੇ ਕਾਬਜ਼ ਹੋਣ ਵਾਲੀ ਗੱਲ ਸੀਗੀ। ਓਕੇ, ਕਿਉਂਕਿ ਉਹ ਕਾਬਜ਼ ਹੋਣੇ ਵਾਲੀ ਇੱਦਾਂ ਸੀਗੀ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਪੁਰਾਣੇ ਬੰਦੇ ਆ ਜਾਂ ਜਿਹੜੇ ਆ ਇਹ ਦੇ ਕੈਂਟ ਪਰਫਾਰਮ ਦਾ ਡਿਊਟੀਜ਼ ਆਫ ਦਾ ਗੁਰਦੁਆਰਾ। ਅੱਛਾ ਜੀ। ਗ੍ਰੰਥੀ ਨਿਕਲ ਜਾਣਗੇ, ਢਾਡੀ ਸਾਰੇ ਨਿਕਲ ਜਾਣਗੇ, ਤੇ ਇਹਨਾਂ ਦੇ ਕੋਲ ਨਾ ਪਾਠੀ ਆ ਤੇ ਨਾ ਉਹ ਆ, ਤਾਂ ਇਹ ਕਿੱਦਾਂ ਕਰ ਗੁਰਦੁਆਰਾ ਕਿਵੇਂ ਚੱਲੇਗਾ? ਓਕੇ, ਦੈਟ ਇਹ ਮੋਟਿਵ ਸੀ, ਇਹ ਮੋਟਿਵ ਸੀਗਾ। ਓਕੇ, ਲੇਕਿਨ ਉਹ ਜਿਹੜੇ ਬੰਦੇ ਸੀਗੇ ਉਹ ਹੈ ਉਹ ਇਹਦੇ 'ਚ ਕੋਈ ਸ਼ੱਕ ਨਹੀਂ, ਦਿਸਦੇ ਨਹੀਂ। ਲੇਕਿਨ ਜਿਹੜੀ ਸਾਡੀ ਕਮਿਊਨਿਟੀ ਆ, ਸਿੱਖੀ ਦੀ ਕਮਿਊਨਿਟੀ ਆ, ਸਾਡੀਆਂ ਬੀਬੀਆਂ, ਸਾਡੇ ਬੰਦੇ ਆ ਹੁਣ ਨਾ ਜੀ, ਜਿੱਦਾਂ ਆਪਣੇ ਰਾਗੀ ਜਥਿਆਂ ਦੀ ਭਰਮਾਰ ਆ, ਉਦੋਂ ਨਹੀਂ ਸੀ ਹੁੰਦੀ ਜਦ ਦਾ ਮੈਂ ਜਿਸ ਜ਼ਮਾਨੇ ਦੀ ਗੱਲ ਕਰਦਾ। ਉਸ ਵੇਲੇ ਤਾਂ ਸਧਾਰਨ ਬੰਦੇ ਜਿਹੜੇ ਪਾਠ ਕਰਦੇ ਸੀਗੇ, ਹੈ ਜੀ, ਔਰ ਸਧਾਰਨ ਬੰਦੇ ਜਿਹੜੇ ਗੁਰਦੁਆਰੇ ਆ ਕੇ ਸ਼ਬਦ ਪੜ੍ਹਦੇ ਸੀਗੇ। ਠੀਕ ਹੈ। ਉਹੀ ਜਿਹੜੇ ਬੰਦੇ ਜਿਹੜੇ ਇਹਨਾਂ ਸਾਲਾਂ ਦੇ ਵਿੱਚ ਪਿੱਛੇ ਨੂੰ ਧੱਕ ਹੋ ਗਏ ਸੀਗੇ ਵੀ ਉਹਨਾਂ ਨੂੰ ਕੋਈ ਗੁਰਦੁਆਰੀ ਸਟੇਜ ਤੇ ਨਹੀਂ ਆਉਣ ਦੇਣਾ ਜੀ, ਇਹ ਮਤਲਬ ਸਧਾਰਨ ਜਿਹੜੇ ਸ਼ਬਦ ਪੜ੍ਹਨ ਵਾਲੇ ਆ ਜੀ, ਉਹ ਮੁੜ ਕੇ ਫੇਰ ਆ ਗਏ, ਸ਼ੁਰੂ ਹੋ ਗਏ। ਉਹ ਸ਼ੁਰੂ ਹੋ ਗਏ ਤਾਂ ਉਹ ਜਿਹੜਾ ਸੀਗਾ ਅਖੰਡ ਪਾਠ ਜਿਹੜਾ ਰਖਾਇਆ ਸੀਗਾ, ਉਹ ਵੀ ਬੀਬੀਆਂ ਨੇ ਬੰਦਿਆਂ ਨੇ ਰਲ ਕੇ ਉਹ ਪੂਰਾ ਕੀਤਾ। ਉਹ ਤੋਂ ਬਾਅਦ ਫਿਰ ਇਹ ਕਸ਼ਮਕਸ਼ ਜੀ, ਫਿਰ ਕੁਰਸੀਆਂ ਅਸੀਂ ਚੱਕਣੀਆਂ, ਉਹ ਕਹਿੰਦੇ ਸੀ ਚੱਕਣ ਨਹੀਂ ਦੇਣੀਆਂ। ਇਹਨ ਫਿਰ ਸਾਡੀ ਕਮਿਊਨਿਟੀ ਨੂੰ ਐਸਾ ਦਫਾੜ ਕੀਤਾ ਜਿਹੜਾ ਅਫਜ਼ਾਨਾ ਸ਼ਾਇਦ ਮੈਂ ਕਹਿੰਦਾ ਅਸੀਂ ਹਾਦੇ ਵੀ ਖਰੇ ਭੁਗਤ ਰਹੇ ਹਾਂ, ਔਰ ਨਹੀਂ ਤਾਂ ਸਾਡੀ ਕਮਿਊਨਿਟੀ ਜਿਹੜੀ ਆ ਉਹ ਬਹੁਤ ਕੁਛ ਇਕੱਠਾ ਹੋ ਕੇ ਕਰ ਸਕਦੀ ਸੀ। ਹੁਣ ਸਵਾਲ ਆਉਂਦਾ ਹੈ ਜੀ, ਜੋ ਸੁਣਨ ਨੂੰ ਮਿਲਦਾ ਹੈ ਕਿ ਉਹ ਵਿਅਕਤੀ ਜਿਨ੍ਹਾਂ ਨੇ ਕਿ ਇਹ ਸਭ ਕੁਝ ਕਰਵਾਇਆ, ਉਹ ਆਪਸੀ ਜਿਹੜੇ ਤੁਹਾਡੇ ਦੋਨੋਂ ਗਰੁੱਪਾਂ ਦੀ ਮੈਂ ਗੱਲ ਕਰ ਰਿਹਾ, ਉਹਦੇ ਵਿੱਚ ਬਾਹਰ ਸੋਸ਼ਲ ਫੰਕਸ਼ਨਸ ਤੇ ਤੁਸੀਂ ਮਿਲਦੇ ਸੀ, ਗੱਲਾਂ ਬਾਤਾਂ ਵੀ ਹੁੰਦੀਆਂ ਸੀ, ਬਿਜ਼ਨਸ ਵੀ ਹੁੰਦਾ ਸੀ, ਪਰ ਕਮਿਊਨਿਟੀ ਵਿੱਚ ਦਫਾੜ ਪਾ ਦਿੱਤਾ ਗਿਆ। ਕੀ ਉਸ ਬਾਰੇ ਤੁਸੀਂ ਚੇਤਨ ਹੈਗੇ ਹੋ? ਇਹਦੇ 'ਚ ਕੋਈ ਸ਼ੱਕ ਨਹੀਂ। ਉਹ ਜਿਹੜੀਆਂ ਉਹ ਤਾਂ ਖਿਆਲਾਂ ਦੀ ਆ ਗੱਲ ਜੀ, ਜਿਹੜੀ ਹੁਣ ਆਪਸ ਵਿੱਚ ਹੀ ਮੇਲ ਜੋਲ ਆ ਨਾ, ਖਾਸ ਕਰਕੇ ਜੇ ਤੁਸੀਂ ਮੈਨੂੰ ਪੁੱਛੇ, ਮੇਰੇ ਤਾਂ ਕਦੇ ਇੱਦਾਂ ਦੀ ਦਿਮਾਗ 'ਚ ਆਇਆ ਨਹੀਂ ਪਈ ਜੀ ਇਹ ਦੂਜੀ ਪਾਰਟੀ ਦਾ ਮੈਂ ਉਹ ਦੂਜੀ ਮੈਂ ਇਹਨਾਂ ਬੋਲਣਾ ਨਹੀਂ ਜਾਂ ਮੈਂ ਇਹਨਾਂ ਨਹੀਂ ਬਿਲਕੁਲ ਉੱਦਾਂ ਦੀ। ਪਰ ਉਸ ਫੈਸਲੇ ਕਾਰਨ ਜਿਹੜੇ ਕਈ ਘਰ ਜਿਹੜੇ ਸਨ ਉਹ ਵੀ ਉਜੜ ਗਏ, ਕਈ ਭਰਾਵਾਂ ਨੇ ਆਪਸ ਗੱਲਾਂ ਬਾਤਾਂ ਬੰਦ ਕਰ ਦਿੱਤੀਆਂ। ਐਸਾ ਕਈ ਨਹੀਂ ਜੀ, ਇਹ ਤਾਂ ਬਹੁਤ ਬੜੀ, ਇਹ ਤਾਂ ਬਹੁਤ ਜਾਨੀ, ਇਹ ਤਾਂ ਰਿਸ਼ਤਿਆਂ ਤਾਈਂ ਗੱਲਾਂ ਚਲੇ ਗਈਆਂ। ਐਬਸੋਲੂਟਲੀ ਗਈਆਂ ਜੀ ਜੀ। ਜਨ ਬਹੁਤ ਬੜਾ ਨੁਕਸਾਨ ਸਾਡੀ ਕਮਿਊਨਿਟੀ ਦਾ ਕੀਤਾ। ਰਾਈਟ। ਉਹ ਜਿਹੜੀ ਆ, ਜੇ ਉਹ ਨਾ ਹੁੰਦੀ, ਮਤਲਬ ਹੁਣ ਥੋੜਾ ਹੋ ਹੀ ਜਾਂਦਾ, ਸਭ ਕੁਝ ਹੋ ਹੀ ਜਾਂਦਾ। ਹੁਣ ਦੇਖ ਲਓ ਵੀ ਹਰੇਕ ਗੁਰਦੁਆਰੇ ਦੇ ਵਿੱਚ ਤੱਪੜ ਵੀ ਰੱਖ ਲਏ ਆ, ਕੁਰਸੀਆਂ ਵੀ ਹੈਗੀਆਂ। ਇਹ ਕੰਮ ਪਹਿਲਾਂ ਵੀ ਤਾਂ ਹੋ ਹੀ ਸਕਦਾ ਸੀਗਾ ਨਾ, ਲੇਕਿਨ ਕੁਝ ਹੋਰ ਸੋਚ ਸੀ ਜਿਹੜੀ ਪਿੱਛੇ ਕੰਮ ਕਰ ਰਹੀ ਸੀ। ਜਿਹੜੀ ਸੋਚ ਸੀਗੀ ਉਹ ਡਿਫਰੈਂਟ ਸੋਚ ਕੰਮ ਕਰਦੀ ਸੀ, ਜਿਹੜੀ ਇਹ ਨਹੀਂ ਸੀ ਹੋਣ ਦੇਣਾ ਚਾਹੁੰਦੇ। ਰਾਈਟ। ਇਸ ਦੌਰਾਨ ਕਿਉਂਕਿ ਅਸੀਂ ਦੇਖਦੇ ਹਾਂ ਕਿ ਹੋਰ ਇਹ ਸਮਾਂ ਜਿਹੜਾ ਸੀ ਇਸਨੇ ਕਮਿਊਨਿਟੀ ਨੂੰ ਦਫਾੜ ਕਰ ਦਿੱਤਾ, ਪਰ ਜਿਹੜੇ ਤੁਹਾਡਾ ਰੋਲ ਸੀ, ਤੁਸੀਂ ਕਿਸ ਤਰੀਕੇ ਨਾਲ ਆਪਣਾ ਗੁਰਦੁਆਰੇ ਨਾਲ ਇਨਵੋਲਵਮੈਂਟ ਰੱਖੀ, ਕੀ ਸੋਸ਼ਲੀ ਕੀ ਕੁਝ ਹੁੰਦਾ ਰਿਹਾ ਕਮਿਊਨਿਟੀ ਦੇ ਵਿੱਚ, ਕਿਹੋ ਜਿਹੀ ਜਿਹੜੀ ਸੋਚ ਸੀ ਉਸ ਨੂੰ ਅੱਗੇ ਆਂਦੀ ਰਹੀ, ਇਸ ਬਾਰੇ ਗੱਲਬਾਤ ਕਰਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵਨਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਸੋਹਨ ਸਿੰਘ ਦਿਓ ਜੀ ਨਾਲ ਗੱਲਬਾਤ ਚੱਲ ਰਹੀ ਜੀ। ਆਓ ਹੋਰ ਇਨਫੋਰਮੇਸ਼ਨ ਲੈਣੇ ਆ, ਕੀ ਮਾਹੌਲ ਸੀ ਅਤੇ ਕਿਸ ਤਰੀਕੇ ਨਾਲ ਇਹ ਜੋ ਨੁਕਸਾਨ ਹੋ ਰਿਹਾ ਸੀ ਕਮਿਊਨਿਟੀ ਦਾ, ਕੀ ਇਹਦੇ ਪ੍ਰਤੀ ਕਦੀ ਕਿਸੇ ਨੇ ਕੁਝ ਸੋਚਿਆ ਸੀ, ਉਹ ਭਾਵੇਂ ਕਿਸੇ ਵੀ ਗਰੁੱਪ ਨਾਲ ਜੁੜਿਆ ਹੋਇਆ ਸੀ। ਸੋ ਕੀ ਚੱਲ ਰਿਹਾ ਸੀ ਜੀ? ਤੁਸੀਂ ਪਰਸਨਲੀ ਉਸ ਸਮੇਂ ਗੁਰਦੁਆਰੇ ਨਾਲ ਕੀ ਇਨਵੋਲਵ ਸੀ? ਤੁਹਾਡਾ ਜਿਹੜਾ ਗਰੁੱਪ ਸੀ, ਕਿਉਂਕਿ ਮੋਡਰੇਟ ਗਰੁੱਪ ਹੋਣੇ ਕਿ ਸਟੈਂਪ ਲੱਗ ਗਈ ਸੀ, ਇੱਕ ਦੂਸਰਾ ਗਰੁੱਪ ਸੀ, ਇੱਕ ਫੰਡਾਮੈਂਟਲਿਸਟ, ਇੱਕ ਮੋਡਰੇਟ ਗਰੁੱਪ। ਕੀ ਮੋਡਰੇਟ ਗਰੁੱਪ ਵੱਲੋਂ ਬਾਕੀ ਗੁਰਦੁਆਰੇ ਜਿਹੜੇ ਆਈਲੈਂਡ ਤੇ ਸੀ ਜਾਂ ਹੋਰ BC ਦੇ ਵਿੱਚ ਹੈਗੇ ਸੀ, ਉਹਨਾਂ 'ਚ ਵੀ ਇਹੀ ਕੁਝ ਹੋਇਆ? ਹਰ ਥਾਂ ਦੇ ਉੱਤੇ ਇੱਕ ਨਵਾਂ ਗੁਰਦੁਆਰਾ ਬਣ ਗਿਆ ਜਿੱਥੇ ਤਪੜਾਂ ਨੂੰ ਉਹਨਾਂ ਨੇ ਵਿਛਾਉਣਾ ਸ਼ੁਰੂ ਕਰ ਦਿੱਤਾ, ਉਹ ਟ੍ਰੈਡੀਸ਼ਨਲ ਜਿਹੜੇ ਪੁਰਾਣੇ ਗੁਰਦੁਆਰੇ ਸੀ ਉਹ ਰਹੇ। ਸੋ ਇਸ ਸਮੇਂ ਦੌਰਾਨ ਤੁਹਾਡਾ ਕੀ ਰੋਲ ਹੈਗਾ ਸੀ? ਜਿਹੜਾ ਮੇਰਾ ਰੋਲ ਸੀਗਾ ਜੀ, ਮੈਂ ਤਾਂ ਲੜਾਈ ਝਗੜੇ ਤਾਂ ਮੈਂ ਬਿਲਕੁਲ ਕਦੇ ਵੀ ਹੱਕ 'ਚ ਨਹੀਂ ਹੈ ਜੀ। ਲੇਕਿਨ ਇਹਦੇ ਵਿੱਚ ਇੱਕ ਇਹਦੇ ਜ਼ਰੂਰ ਹੈਗਾ, ਚਾਹੇ ਤੁਸੀਂ ਮੈਨੂੰ ਮੋਡਰੇਟ ਕਹਿ ਲਓ, ਪਰ ਲੇਕਿਨ ਮੇਰੇ ਦਿਮਾਗ ਦੇ ਵਿੱਚ ਤਾਂ ਨਾ ਮੋਡਰੇਟ ਤਾਂ ਮੈਂ ਦੂਜਾ, ਮੈਂ ਤਾਂ ਸੁਧਾਰਨ ਇੱਕ ਆਪਣੇ ਮੇਰੇ ਖਿਆਲ ਹੈਗੇ ਆ, ਉਹਨਾਂ 'ਤੇ ਚੱਲਣ ਦੀ ਟਰਾਈ ਕਰੀਦੀ ਆ। ਲੇਕਿਨ ਇਹ ਜਿਹੜੀ ਚੀਜ਼ ਹੈ ਨਾ ਜੀ, ਇਹ ਜਿਹੜਾ ਹਰ ਸ਼ਹਿਰ ਦੇ ਵਿੱਚ ਇਹ ਹੋਇਆ। ਬਿਲਕੁਲ ਹਰ ਸ਼ਹਿਰ ਦੇ ਵਿੱਚ ਇਹ ਚੀਜ਼ ਹੋਈ ਆ, ਔਰ ਹਰ ਸ਼ਹਿਰ ਦੋਫਾੜ ਹੋਇਆ। ਠੀਕ ਹੈ ਜੀ, ਜਿਹਦੇ ਨਾਲ ਬਹੁਤ ਨੁਕਸਾਨ ਹੋਇਆ। ਈਵਨ ਆ ਜਦੋਂ ਇਲੈਕਸ਼ਨਾਂ ਹੁੰਦੀਆਂ ਸੀ, ਖਾਲਸਾ ਦੀਵਾਨ ਸੁਸਾਇਟੀ ਦੀਆਂ ਇਲੈਕਸ਼ਨਾਂ ਜਿਹੜੀਆਂ ਜੀ, ਇਹ ਸਾਰੀ BC 'ਚ ਹੁੰਦੀਆਂ ਸੀ ਜੀ, ਸਾਰੀ BC ਦੇ ਵਿੱਚ, ਔਰ ਸਾਰੀ BC ਦੇ ਟਾਊਨਾਂ ਦੇ ਵਿੱਚ ਇਹਦੀ ਵੋਟਿੰਗ ਹੁੰਦੀ ਸੀਗੀ। ਜਦੋਂ ਜਾਂਦੇ ਸੀਗੇ ਅਸੀਂ, ਦੂਜਾ ਗਰੁੱਪ ਵੀ ਜਾਂਦਾ ਸੀਗਾ ਜੀ, ਔਰ
ਔਰ ਜਿਹੜੇ ਛੋਟੇ ਟਾਊਨ ਸੀਗੇ ਉਹ ਸਾਨੂੰ ਇਹੀ ਬਾਰ-ਬਾਰ ਕਹਿੰਦੇ ਸੀਗੇ ਵੀ ਰੱਬ ਦੇ ਵਾਸਤੇ ਤੁਸੀਂ ਸਾਨੂੰ ਬਖਸ਼ਿਓ, ਅਸੀਂ ਬਹੁਤ ਵਧੀਆ ਰਹਿੰਦੇ ਆ ਵੀ ਇਹ ਤੁਹਾਡੀਆਂ ਇਹ ਜਿਹੜੀਆਂ ਵੋਟਾਂ ਆ ਇਹ ਸਾਡੇ ਟਾਊਨਾਂ ਨੂੰ ਇਹ ਵੰਡ ਦੇਣੀਆਂ, ਕਿਉਂਕਿ ਹੁੰਦੇ ਤਾਂ ਸਾਰਿਆਂ ਦੇ ਨਾਲ ਹੀ ਬੰਦੇ ਆ, ਤੁਹਾਡੇ ਨਾਲ ਵੀ ਹੈਗੇ, ਸਾਡੇ ਨਾਲ ਵੀ ਹੈਗੇ ਆ। ਸੋ ਇਹ ਜਿਹੜਾ ਮੇਨ ਰੀਜ਼ਨ ਸੀਗਾ ਇਹ ਵੀ ਸੀਗਾ ਵੀ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਆ ਨਾ, ਇਹਦੀ ਜਿਹੜੀ ਹੈਗੀ ਆ ਕਨਸਟੀਟਿਊਸ਼ਨ ਆ, ਇਹਨੂੰ ਜਿਹਦੇ ਵਿੱਚ ਮੈਂ ਵੀ ਪੂਰਾ ਇਹਨਾਂ ਨੂੰ ਮੈਂ ਕਿਹਾ ਵੀ ਹੋਣਾ ਚਾਹੀਦਾ ਆ, ਨਹੀਂ ਤਾਂ ਅੱਜ ਖਾਲਸਾ ਦੀਵਾਨ ਸੁਸਾਇਟੀ ਜਿਹੜੀ ਹੈ ਨਾ ਜੀ ਇਹ ਆਪਣੀ ਡਿਊਟੀ ਫੰਕਸ਼ਨ ਇਹ ਪੂਰਾ ਨਹੀਂ ਕਰ ਸਕਦੀ, ਕਿਉਂਕਿ ਇਲੈਕਸ਼ਨ ਦੇ ਉੱਤੇ $2 ਲੱਖ ਤੁਸੀਂ ਲਾ ਦਿੰਦੇ ਆ। ਬਿਲਕੁਲ ਹਾਂਜੀ, ਉਹਦਾ ਕੋਈ ਫਾਇਦਾ ਨਹੀਂ ਹੈ। ਹਜ਼ਾਰਾਂ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਲੱਖਾਂ ਹੀ ਡਾਲਰ ਜਿਹੜੇ ਨੇ ਭਾਈਚਾਰੇ ਦੇ ਵਕੀਲਾਂ ਦੀ ਜੇਬਾਂ 'ਚ ਗਏ, ਜਿਸ ਦਾ ਕਿ ਕੋਈ ਬੈਨੀਫਿਟ ਕਮਿਊਨਿਟੀ ਨੂੰ ਨਹੀਂ ਮਿਲਿਆ। ਜਿਸ ਸੋਚ ਨਾਲ ਸਾਡੇ ਬਜ਼ੁਰਗਾਂ ਨੇ ਗੁਰਦੁਆਰਿਆਂ ਨੂੰ ਐਸਟੈਬਲਿਸ਼ ਕੀਤਾ ਸੀ, ਕੀ ਉਹਦੀ ਪੂਰਤੀ ਹੋ ਸਕੀ ਹੈ ਜੀ? ਜਿਸ ਹਿਸਾਬ ਨਾਲ ਜਿੰਨਾ ਉਹਨਾਂ ਨੇ ਕੰਮ ਕੀਤਾ ਨਾ ਜੀ, ਥੋੜਿਆਂ ਜਿਹਾ ਬੰਦਿਆਂ ਨੇ ਜੀ, ਉਹਨਾਂ ਨੇ ਬਹੁਤ ਲੜਾਈਆਂ ਲੜੀਆਂ ਸਾਡੀਆਂ। ਰਾਈਟ। ਆ ਜਿਹੜੇ ਜਿੱਦਾਂ ਅਸੀਂ ਹੁਣ ਬਬਰਾਂ ਦਾ ਮਨਾਉਂਦੇ ਆ, ਬਿਲਕੁਲ ਜਿੰਨੇ ਵੀ ਹੱਕ ਸਾਨੂੰ ਮਿਲੇ, VOTING ਦਾ ਹੱਕ ਮਿਲਿਆ, ਜਿੰਨੇ ਵੀ ਹੱਕ ਸੀਗੇ ਉਹ ਸਾਰਿਆਂ ਲਈ ਉਹ ਲੜੇ ਆ। ਠੀਕ। ਇੱਥੇ ਫੈਮਿਲੀ ਲਿਆਉਣ ਲਈ ਲੜੇ ਆ, ਇੱਥੇ ਵੋਟਾਂ ਦੇ ਹੱਕ ਲਈ ਲੜੇ ਆ, ਇੱਥੇ ਕਾਮਾ ਗਾਟਾ ਮਾਰੂ ਲਈ ਲੜੇ ਆ। ਫਿਰ ਉਹਨਾਂ ਨੇ ਪਿੱਛੇ ਨੂੰ ਵੀ ਜਿੱਥੇ ਵੀ ਪੈਸੇ ਲੋੜ ਸੀਗੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਲ ਤਾਈਂ ਸਾਡੇ ਕੋਲ ਪਿਆ $5000 ਉਸ ਵੇਲੇ ਭੇਜਿਆ। ਹਾਲੇ ਖਾਲਸਾ ਦੀਵਾਨ ਸੁਸਾਇਟੀ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲੋਂ ਪਹਿਲਾਂ ਹੋਣ 'ਚ ਆਈ ਆ। ਠੀਕ। ਹਾਂਜੀ, ਜਿਹੜੀ ਉਹ ਸੋਚ ਸੀਗੀ, ਉਸ ਸੋਚ ਨੇ ਸਾਨੂੰ ਲਿਆ ਕੇ ਜਿੱਥੇ ਖੜੇ ਕਰ ਦਿੱਤਾ ਨਾ, ਅਸੀਂ ਉਸ ਰਾਹ ਦੇ ਉੱਤੇ ਜੇ ਤੁਸੀਂ ਕਹੋ ਅਸੀਂ ਨਹੀਂ ਚੱਲੇ। ਔਰ ਜੇ ਉਹ ਰਾਹ ਜੇ ਹੁਣ ਸਾਡੀ ਕਮਿਊਨਿਟੀ ਫੜ ਲਵੇ, ਹੁਣ ਤਾਂ ਫਿਰ ਤੁਹਾਨੂੰ ਪਤਾ ਹੈ ਵੀ ਜਿੱਦਾਂ ਪੌਂਵਾਰਾਂ ਹੀ ਆ। ਬਿਲਕੁਲ। ਜਿੰਨੇ ਹੁਣ ਜਿੱਦਾਂ ਹੁਣ ਸਾਡੀਆਂ ਬਿਜ਼ਨਸਾਂ ਆ, ਸਾਡੇ ਕੋਲ ਸਾਧਨ ਆ, ਸਾਡੇ ਕੋਲ ਸਭ ਕੁਝ ਹੈਗਾ। ਰਾਈਟ। ਹਾਂਜੀ, ਤਾਂ ਲੇਕਿਨ ਜੇ ਕਲੈਕਟਿਵ ਸੋਚ ਹੋਵੇ ਨਾ ਕਮਿਊਨਿਟੀ ਲਈ, ਰਾਈਟ, ਤਾਂ ਫਿਰ ਤੁਸੀਂ ਸਭ ਕੁਝ ਹੀ ਹੁਣ ਸਾਡੀ ਕਮਿਊਨਿਟੀ ਜਿਹੜੀ ਆ ਕਰ ਸਕਦੀ। ਇਹਦੇ ਵਿੱਚ ਇਸ ਵੇਲੇ ਹਰ ਤਰ੍ਹਾਂ ਦੇ ਬਹੁਤ ਲਾਇਕ ਬੰਦੇ ਬੈਠੇ। ਬਿਲਕੁਲ। ਸੋ ਉਹ ਸੋਚ ਜਿਹੜੀ ਸੀ ਉਸ ਤੋਂ ਅਸੀਂ ਪਿੱਛੇ ਹਟ ਗਏ ਕਿ ਕਮਿਊਨਿਟੀ ਦੀ ਜਿਹੜੀ ਸੋਚ ਸੀ ਜੋ ਲੋਕਾਂ ਦੇ ਮਨਾਂ 'ਚ ਹੁੰਦੀ ਸੀ, ਉਸ ਤੋਂ ਅਸੀਂ ਪਿੱਛੇ ਹਟ ਗਏ। ਬਿਲਕੁਲ। ਉਹ ਅੱਜ ਆਪਣੀ ਆ ਗਈ ਕਿ ਜੀ ਮੈਂ ਕੀ ਅਕੰਪਲਿਸ਼ ਕਰਨਾ ਜਾਂ ਮੇਰੇ ਗਰੁੱਪ ਨੇ ਕੀ ਕਰਨਾ ਹੈ, ਭਾਈਚਾਰੇ ਵਾਲੀ ਜਿਹੜੀਆਂ ਗੱਲਾਂ ਉਹ ਪਿੱਛੇ ਨੂੰ ਹੋ ਗਈਆਂ। ਉਹ ਬਿਲਕੁਲ ਪਿੱਛੇ ਨੂੰ ਹੋ ਜਾਈਆਂ। ਇਹਦੀ ਮਿਸਾਲ ਮੈਂ ਤੁਹਾਨੂੰ ਇੱਕ ਦਿਨਾਂ ਕਾਮਾ ਗਾਟਾ ਮਾਰੂ ਦੀ ਲੈ ਲਵਾਂ। ਜੀ ਬਿਲਕੁਲ। ਕਾਮਾ ਗਾਟਾ ਮਾਰੂ ਜਿਹੜਾ ਆ, ਇਹ ਜਹਾਜ਼ ਜਦੋਂ ਆਇਆ, ਖਾਲਸਾ ਦੀਵਾਨ ਸੁਸਾਇਟੀ ਨੇ ਇਹਨੂੰ ਕੀਤਾ, ਸਭ ਕੁਝ ਕੀਤਾ। ਇਹਦੀਆਂ ਮੀਟਿੰਗਾਂ ਹੋਣ ਲੱਗੀਆਂ ਜੀ। ਇਹਦੀਆਂ ਮੀਟਿੰਗਾਂ ਕਿਉਂਕਿ ਖਾਲਸਾ ਦੀਵਾਨ ਸੁਸਾਇਟੀ ਚਾਹੇ ਤਾਂ ਮੈਂ ਮੈਂਬਰ ਸੀਗਾ, ਪਰ ਲੇਕਿਨ ਇਹਨਾਂ ਮੀਟਿੰਗਾਂ ਲਈ ਖਾਲਸਾ ਦੀਵਾਨ ਸੁਸਾਇਟੀ ਨੇ ਮੈਨੂੰ ਛੱਡਿਆ ਸੀਗਾ ਵੀ ਤੁਸੀਂ ਇਹ ਮੀਟਿੰਗ ਅਟੈਂਡ ਕਰ ਲਈ। ਠੀਕ। ਹੁਣ ਇਹ ਜਿਹੜੀ ਚੀਜ਼ ਸੀਗੀ ਜੀ, ਇਹਨਾਂ ਨੂੰ ਜਦੋਂ ਸਾਡੇ ਇਕੱਠੇ ਹੋਣ ਲੱਗੇ ਬੰਦੇ, ਇਹਨਾਂ ਨੂੰ ਇਹ ਗੱਲ ਕਹੀ ਸੀਗੀ ਖਾਲਸਾ ਦੀਵਾਨ ਸੁਸਾਇਟੀ ਦੀ ਅੰਬਰੇਲਾ ਥੱਲੇ ਜੋ ਮਰਜ਼ੀ ਕਰ ਲਓ, ਖਾਲਸਾ ਦੀਵਾਨ ਸੁਸਾਇਟੀ ਦਾ ਚਾਹੇ ਬੰਦਾ ਲੈ ਲਓ ਚਾਹੇ ਨਾ ਲਓ, ਲੇਕਿਨ ਗੱਲ ਬਣਦੀ ਆ ਵੀ ਖਾਲਸਾ ਦੀਵਾਨ ਸੁਸਾਇਟੀ ਦੀ ਅੰਬਰੇਲਾ ਥੱਲੇ। ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ, ਉਹ ਤਾਂ ਤੁਸੀਂ ਐਪੀਸੋਡ ਸਾਰਾ ਦੇਖਿਆ ਜੀ। ਬਿਲਕੁਲ। ਕਿੰਨੀਆਂ ਪਾਰਟੀਆਂ ਬਣੀਆਂ, ਕੀ ਕੁਝ ਹੋਇਆ, ਔਰ ਗੌਰਮੈਂਟ ਨੇ ਸਾਨੂੰ ਕਿੰਨਾ ਇੱਕ ਕਿਸਮ ਦਾ ਬੁੱਧੂ ਬਣਾਇਆ। ਰਾਈਟ। ਹੈ ਜੀ। ਉਹ ਕੱਲਿਆਂ ਨੂੰ ਪਰਸਨਲ ਨੂੰ ਲਿਜਾ ਕੇ ਉਹਨਾਂ ਦੀ ਇੰਟਰਵਿਊ ਲੈਣ ਲੱਗ ਪਏ, ਕਦੇ ਇੱਥੇ ਆ, ਕਦੇ ਸਰੀ ਆਲਾ, ਕਦੇ ਕੀ ਕੁਛ ਹੋਇਆ। ਉਹਦਾ ਰਿਜ਼ਲਟ ਕੀ ਨਿਕਲਿਆ ਸਮਝਦੇ ਕਿ ਨਹੀਂ ਤਾਂ ਬਹੁਤ ਕੁਝ ਹੋ ਸਕਦਾ ਸੀਗਾ। ਸੋ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਜੀ, ਵੈਸਟਡ ਇੰਟਰਸਟ ਜਿਹੜੇ ਸਨ ਉਹ ਭਾਰੂ ਹੋ ਗਏ ਤੇ ਕਮਿਊਨਿਟੀ ਦੇ ਇੰਟਰਸਟ ਪਿੱਛੇ ਨੂੰ ਚਲੇ ਗਏ। ਜਿਹੜੀ ਮੈਂ ਤਾਂ ਹਾਲੇ ਵੀ ਮੇਰੇ ਦਿਮਾਗ, ਜੇ ਤੁਸੀਂ ਮੈਨੂੰ ਸੋਚੋ, ਹਾਲੇ ਵੀ ਮੈਂ ਇਹ ਗੱਲ ਮੇਰੇ ਦਿਮਾਗ ਦੇ ਵਿੱਚ, ਮੈਂ ਇਹ ਹਾਲੇ ਜ਼ੋਰ ਨਾਲ ਕਹਿਣਾ ਚਾਹੁੰਦਾ ਵੀ ਜਿਹੜੇ ਪਰਸਨਲ ਆ ਨਾ, ਈਵਨ ਗੁਰਦੁਆਰੇ ਦੇ ਵੀ ਪਰਸਨਲ ਹੈਗੇ, ਹਰੇਕ ਗੁਰਦੁਆਰੇ ਦੇ ਪਰਸਨਲ ਆ। ਰਾਈਟ। ਹਰੇਕ ਸੁਸਾਇਟੀ ਦੇ ਪਰਸਨਲ ਆ, ਹਰੇਕ ਬੰਦੇ। ਸੁਸਾਇਟੀਆਂ ਹੋਣੀਆਂ ਚਾਹੀਦੀਆਂ ਹਰਪ੍ਰੀਤ ਜੀ, ਸੁਸਾਇਟੀਆਂ ਹੋਣੀਆਂ ਚਾਹੀਦੀਆਂ, ਗੁਰਦੁਆਰੇ ਹੋਣੇ ਚਾਹੀਦੇ, ਕਿਉਂਕਿ ਇਕੱਲਾ ਗੁਰਦੁਆਰਾ 1 2 4 ਸੁਸਾਇਟੀਆਂ ਸਾਡੀ ਕਮਿਊਨਿਟੀ ਨੂੰ ਹੁਣ ਜਿਹੜਾ ਨਾ ਉਹ ਨਹੀਂ, ਮਤਲਬ ਉਹਦਾ ਕੰਮ ਨਹੀਂ ਕਰ ਸਕਦੀਆਂ। ਨੋ ਡਾਊਟ ਜਿੰਨੇ ਮਰਜ਼ੀ ਗੁਰਦੁਆਰੇ ਹੋਣ, ਬਹੁਤ ਜੀ ਸਦਕੇ, ਸੁਸਾਇਟੀਆਂ ਹੋਣ ਜਿੰਨੀਆਂ ਮਰਜ਼ੀ ਜੀ ਸਦਕੇ, ਲੇਕਿਨ ਉਹਨਾਂ ਦੀ ਕਲੈਕਟਿਵ ਜਿਹੜੀ ਸੋਚ ਆ ਉਹ ਤਾਂ ਕਿਤੇ ਹੋਣੀ ਚਾਹੀਦੀ ਨਾ। ਰਾਈਟ। ਜਿਸ ਨਾਲ ਕਿ ਕਮਿਊਨਿਟੀ ਦੇ ਭਾਈਚਾਰੇ ਦੇ ਮਸਲੇ ਜਿਹੜੇ ਉਹਦੇ ਬਾਰੇ ਕੋਈ ਇੱਕ ਗੱਲ ਕੀਤੀ ਜਾ ਸਕੇ। ਹਾਂ, ਉਹਦੇ ਬਾਰੇ ਬਹਿ ਕੇ ਦਲੀਲਬਾਜ਼ੀ ਦੇ ਨਾਲ ਇੱਕ ਗੱਲ ਕੀਤੀ ਜਾਵੇ ਨਾ। ਰਾਈਟ। ਉਹ ਜੇ ਹੋ ਜਵੇ ਤਾਂ ਉਹ ਹੁਣ ਸਾਨੂੰ ਚਾਹੀਦੀ ਆ, ਕਿਉਂਕਿ ਹੁਣ ਸਾਡੀ ਕਮਿਊਨਿਟੀ ਹਰ ਪਾਸਿਓਂ ਬਹੁਤ ਵਧੀਆ ਆ। ਰਾਈਟ। ਐਜੂਕੇਟਡ ਬਹੁਤ ਵਧੀਆ, ਸਾਡੇ ਕੋਲ ਜੋਬਾਂ ਸਾਡੇ ਕੋਲ ਬਹੁਤ ਵਧੀਆ ਆ। ਸਾਡੇ ਬੰਦੇ ਜਾ ਕੇ ਹੁਣ ਇਸ ਵੇਲੇ ਸਾਰੀਆਂ ਗੌਰਮੈਂਟਾਂ ਦੇ ਵਿੱਚ, ਇਹਨਾਂ ਹੀ ਗੌਰਮੈਂਟਾਂ 'ਚ ਬੈਠੇ ਆ, ਤੇ ਵਿਕਟੋਰੀਆ ਵੀ ਬੈਠੇ ਆ, ਮਿਊਨਿਸਪਲ ਬੈਠੇ ਆ, ਉੱਪਰ ਆਟਵੇ ਵੀ ਬੈਠੇ ਆ। ਬਿਲਕੁਲ। ਸੋ ਇਹ ਬਹੁਤ ਵਧੀਆ ਚਾਂਸ ਆ। ਲੇਕਿਨ ਅਸੀਂ ਜਿਹੜੇ ਆ ਹੁਣ ਜਿਹੜੇ ਅੱਤਵਾਦੀ ਵਿੱਚ ਬੈਠੇ ਆ, ਅਸੀਂ ਕਈ ਵਾਰੀ ਉਹਨਾਂ ਨੂੰ ਵੀ ਇਹ ਕਹਿ ਦਿੰਦੇ ਆ ਇਹ ਸਾਡੀ ਗੱਲ ਮੰਨਣ। ਜੇ ਤੁਸੀਂ ਕਹਿੰਦੇ ਹੁਣ ਜਿਹੜੇ ਵਿਕਟੋਰੀਆ ਬੈਠੇ ਆ ਜੀ, ਇਹ ਤਾਂ ਐਵੇਂ ਬੈਠੇ ਆ ਜੀ, ਇਹ ਆਹ ਕੰਮ ਨਹੀਂ ਕਰਦੇ। ਲੇਕਿਨ ਇੰਨਾ ਕੁ ਸਾਨੂੰ ਵੀ ਸੋਚਣਾ ਚਾਹੀਦਾ, ਦੇ ਆਰ ਬਾਉਂਡ। ਉਹ ਵੀ ਕਿਸੇ ਪਾਰਟੀ ਨਾਲ ਬਾਉਂਡ ਆ, ਉਹ ਕਿਸੇ ਚੀਜ਼ ਦਾ। ਹਾਂ, ਉਹਨਾਂ ਨੂੰ ਤੁਸੀਂ
ਸੁਝਾਅ ਦਿਓ, ਉਹ ਵੀ ਤੁਹਾਨੂੰ ਦੇਣਗੇ ਵੀ ਤੁਸੀਂ ਐਸ ਨਹੀਂ ਐਸ ਰਾਹੇ ਆ ਜਾਓ। ਰਾਈਟ, ਕਾਮਾਕਾਟਾ ਮਾਰੂ ਦਾ ਤੁਸੀਂ ਜ਼ਿਕਰ ਕੀਤਾ, ਉਸ ਵਿੱਚ ਵੀ ਜਿਹੜਾ ਕਿਹਾ ਜਾਂਦਾ ਹੈ ਕਿ ਜੀ ਸੌਦੇਬਾਜ਼ੀ ਕਰ ਲਈ ਖਾਲਸਾ ਦੀਵਾਨ ਸੁਸਾਇਟੀ ਨੇ, ਤੇ ਮਾਫੀ ਦਾ ਜਿਹੜਾ ਹੋਇਆ ਮਸਲਾ, ਉਸ ਦੇ ਬਾਰੇ ਵੀ ਸਾਰੇ ਭਾਈਚਾਰੇ ਨੂੰ ਪਤਾ ਹੈਗਾ। ਉਸ ਪ੍ਰਤੀ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਉਹ ਜਿਹੜਾ ਮਾਫੀ ਮੰਗੀ ਗਈ ਸੀ, ਜਿਸ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਨੇ ਕਿਹਾ ਕਿ ਇਨਫ ਹੈ, ਲੈਟਸ ਪ੍ਰੋਗਰੈਸ ਫਰਦਰ, ਕੁਝ ਹੋਰ ਕਰੀਏ, ਲੇਕਿਨ ਅਸੀਂ ਅੱਜ ਵੀ ਉਸੇ ਚੀਜ਼ ਉੱਤੇ ਉਹਨੂੰ ਕਰਕੇ ਫੋਕਸ ਕਰਕੇ ਇਹ ਵੱਖਰੀ ਵੱਖਰੀ ਆਵਾਜ਼ਾਂ ਆ ਰਹੀਆਂ ਨੇ, ਉਹਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈਗਾ? ਦੇਖੋ ਜਿਹੜੀ ਨਾ ਜੀ ਜਿਹੜੀ ਇਹ ਮੀਟਿੰਗ ਆ, ਉਹ ਜਿਹੜੀ ਪਹਿਲੇ ਰਾਤ ਮੀਟਿੰਗ ਹੋਈ, ਮੈਂ ਉਹ ਮੀਟਿੰਗ ਅਟੈਂਡ ਕੀਤੀ ਆ ਜੀ। ਸਾਰੀਆਂ ਸੁਸਾਇਟੀਆਂ ਜਿਹੜੀਆਂ ਮੋਸਟਲੀ ਗਈਆਂ ਸੀਗੀਆਂ, ਉਹਦੇ ਵਿੱਚ ਅਸੀਂ ਵੀ ਗਏ ਸੀਗੇ ਜੀ। ਲੇਕਿਨ ਉਹ ਜਿਹੜੀ ਚੀਜ਼ ਸੀਗੀ, ਉਹ ਕਹਿੰਦੇ ਸੀਗੇ ਉਹਨਾਂ ਨੇ ਜਿਸ ਵੇਲੇ ਇੱਥੇ ਗੱਲ ਮੁਕਾਤੀ, ਜਿਹੜੇ ਮੁਆਫੀ ਦੀ ਗੱਲ ਆਈ ਨਾ, ਤਾਂ ਅਸੀਂ ਸਾਰਿਆਂ ਨੇ ਇਹ ਗੱਲ, ਉਸ ਵੇਲੇ ਕੋਈ ਗੱਲ ਨਹੀਂ ਸੀ ਪੈਸੇ ਦੀ ਜਾਂ ਫਲਾਣੇ ਦੀ। ਇੱਕ ਵਾਰੀ ਇੱਥੇ ਆ ਕੇ ਉਹ ਜਿਹੜਾ ਆਪਣਾ ਹੈਗਾ ਆ ਜੇਸਨ ਕੈਨੀ ਸਰੀ ਦੇ ਵਿੱਚ ਆਇਆ, ਉਹਨੂੰ ਫੁੱਲਾਂ ਦੀ ਭੇਟ ਦਿੱਤੇ ਗਏ ਔਰ ਉਸ ਵੇਲੇ ਉਹ ਮਨੀ ਜਿਹੜੀ ਆ ਉਹ ਵੀ ਮੇਰਾ ਖਿਆਲ 2 ਪੁਆਇੰਟ ਸਮਥਿੰਗ ਕੁਛ ਕਹਿ ਕੇ ਗਿਆ ਸੀਗਾ ਜੀ। ਲੇਕਿਨ ਉਹ 'ਚ ਖਾਲਸਾ ਦੀਵਾਨ ਸੁਸਾਇਟੀ ਵਾਜ਼ ਨਾਟ ਇਨਵਾਈਟਡ। ਓਕੇ, ਅਸੀਂ ਗਏ ਸੀ ਆਪਣੇ ਆਪ। ਜਿਹੜੇ ਇਨਵਾਈਟਡ ਹੋਣਗੇ ਮੇਰਾ ਖਿਆਲ ਆ ਮੋਹਨ ਸਿੰਘ ਮੈਮੋਰੀਅਲ ਹੋਊਗਾ ਜੀ, ਇਹਦੇ 'ਚ ਕੋਈ, ਕਿਉਂਕਿ ਇਹ ਗੁਲਦਸਤਾ ਲੈ ਗਏ ਸੀਗੇ ਤਾਂ ਅਸੀਂ ਕਹਿੰਦੇ ਆ ਉੱਥੇ ਖੈਰ ਜੋ ਕੁਛ ਨਹੀਂ ਕੀਤਾ, ਅਸੀਂ ਕਿਹਾ ਬੜੀ ਵਧੀਆ ਗੱਲ ਆ। ਉਹ ਜਿਹੜੀ ਚੀਜ਼ ਜਦੋਂ ਉਹ ਹੋਈ ਆ ਨਾ ਜੀ, ਉਹ ਰਾਤ ਨੂੰ ਮੈਜੋਰਟੀ ਨੇ ਇਹ ਗੱਲ ਕਹਿ ਦਿੱਤੀ ਸੀਗੀ ਵੀ ਜੀ ਇਹ ਆਟਵਾ ਦੇ ਵਿੱਚ ਇਹੋ ਮਨ ਹੋਣੀ ਚਾਹੀਦੀ ਆ, ਠੀਕ ਹੈ, ਆ ਗਏ। ਲੇਕਿਨ ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਾਡੇ ਵਿੱਚ ਵੀ, ਸਾਡੇ 'ਚ 1-2 ਬੰਦੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਤੁਸੀਂ ਤੋੜ ਵਿਛੋੜ ਨਾ ਕਰੋ ਇਹਨਾਂ ਨਾਲ। ਉਹ ਕਹਿੰਦੇ ਸੀਗੇ ਵੀ ਇਫ ਦੈਟਸ ਇਟ, ਅਸੀਂ ਆ ਗਏ। ਓਕੇ, ਸਾਡੇ ਪਾਣੇ ਹੁਣ ਗੱਲ ਮੁੱਕ ਗਈ। ਠੀਕ, ਲੇਕਿਨ ਦੂਜੇ ਦਿਨ ਸਵੇਰ ਨੂੰ ਹੁਣ ਸਾਨੂੰ ਨਹੀਂ ਪਤਾ ਕਿਹਦੇ ਨਾਲ ਗੱਲ ਹੋਈ ਆ, ਕਿੱਦਾਂ ਗੱਲ ਹੋਈ ਆ। ਰਾਈਟ, ਉਹ ਜਿਸ ਵੇਲੇ ਉਹਨਾਂ ਦਾ ਫੈਸਲਾ ਹੋ ਗਿਆ ਵੀ ਇਹਨਾਂ ਦੇ ਮੈਮੋਰੀਅਲ ਜਿਹੜਾ ਹੈਗਾ ਆ ਮੋਹਨ ਸਿੰਘ ਮੈਮੋਰੀਅਲ ਦੀ ਸਟੇਜ 'ਤੇ ਜਾਣਾ ਆ ਜੀ, ਸਾਨੂੰ ਉਹਨਾਂ ਦੇ ਬੰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆਇਓ। ਅਸੀਂ ਕਿਹਾ ਰਾਤੀ ਤਾਂ ਤੁਸੀਂ ਕਹਿੰਦੇ ਜਾਣਾ ਨਹੀਂ, ਵੀ ਹੁਣ ਕੀ ਗੱਲ ਆ? ਕਹਿੰਦੇ ਨੋ ਇਟਸ ਬੀਨ ਡਿਸਾਈਡਡ, ਇਹ ਜਾਣਗੇ ਉੱਥੇ। ਸੋ ਜਿਸ ਵੇਲੇ ਅਸੀਂ ਉੱਥੇ ਗਏ ਆ, ਉਸ ਵੇਲੇ ਵੀ ਜਾ ਕੇ ਜਿਸ ਵੇਲੇ ਅਸੀਂ ਗਏ ਆ, ਉਹਦੇ ਵਿੱਚ ਵੀ ਮੋਹਨ ਸਿੰਘ ਮੈਮੋਰੀਅਲ ਦੇ ਬੰਦਿਆਂ ਨੇ ਇਤਰਾਜ਼ ਕੀਤਾ ਵੀ ਖਾਲਸਾ ਦੀਵਾਨ ਸੁਸਾਇਟੀ ਦਾ ਆਹ ਬੰਦਾ ਨਹੀਂ ਉੱਤੇ ਆਉਣਾ ਚਾਹੀਦਾ, ਆ ਜਾਏ। ਉਹ ਜਿਹਨੂੰ ਕਿਹਾ ਵੀ ਆ ਜਾ, ਉਹ ਕਹਿੰਦਾ ਵੀ ਜੇ ਇਹਨੂੰ ਨਹੀਂ ਆਉਣਾ ਤਾਂ ਮੈਂ ਵੀ ਨਹੀਂ ਆਉਣਾ। ਖੈਰ ਉਹਨਾਂ ਨੇ ਫਿਰ ਜ਼ੋਰ ਦੇ ਕੇ ਲੈ ਗਏ। ਸੋ ਇਹ ਜਿਹੜੀ ਮੁਆਫੀ ਮੰਗੀ ਗਈ ਆ ਨਾ ਜੀ, ਇਹੋ ਜਿਹੜਾ ਰਾਤ ਨੂੰ ਫੈਸਲਾ ਹੋਇਆ ਸੀਗਾ, ਜੇ ਉਹ ਪੱਕਾ ਰਹਿ ਜਾਂਦਾ, ਉਹ ਨਾ ਸਟੇਜ ਤੇ ਆਉਂਦੇ, ਉਹ ਮਾਫੀ ਇੱਥੇ ਨਾ ਮੰਗਦੇ, ਤਾਂ ਹਾਲੇ ਉਹ ਪੂਰਾ ਹੋ ਸਕਦਾ ਸੀਗਾ। ਰਾਈਟ, ਲੇਕਿਨ ਜਦੋਂ ਇੱਕ ਵਾਰੀ ਮਾਫੀ ਮੰਗ ਲਈ, ਹੁਣ ਉਸੇ ਚੀਜ਼ ਨੂੰ ਮੇਰੇ ਤੇ ਖਿਆਲ ਦੇ ਵਿੱਚ ਵੀ ਇਹ ਜੇ ਬੜੀ ਸੋਹਣੀ ਗੱਲ ਆ, ਜੇ ਮਨਾ ਲੈਣਗੇ ਤਾਂ ਅਸੀਂ ਕੋਈ ਖਿਲਾਫ ਨਹੀਂ, ਮੰਨ ਲੈਣ। ਲੇਕਿਨ ਇੱਥੇ ਵੀ ਸਿਆਸਤ ਖੇਡੀ ਗਈ ਕਿ ਉਹ ਲੋਕ ਜਿਹੜੇ ਅੱਜ ਕਹਿ ਰਹੇ ਨੇ ਕਿ ਜੀ ਖਾਲਸਾ ਦੀਵਾਨ ਸੁਸਾਇਟੀ ਨੇ ਸੌਦੇਬਾਜ਼ੀ ਕੀਤੀ, ਇਹ ਨਹੀਂ ਪਤਾ ਕਿ ਕਿਸ ਨੇ ਸੌਦੇਬਾਜ਼ੀ ਕਰਕੇ ਕਮਿਊਨਿਟੀ ਦਾ ਇੰਟਰਸਟ ਜੋ ਇਸ ਨੂੰ ਪਿੱਛੇ ਕਰ ਦਿੱਤਾ, ਜਦਕਿ ਇਹ ਫੈਸਲਾ ਹੋ ਗਿਆ ਸੀ ਕਿ ਪ੍ਰਧਾਨ ਮੰਤਰੀ ਜੋ ਹਨ ਸਿਰਫ ਆਟਵਾ ਵਿੱਚ ਹੀ ਮਾਫੀ ਮੰਗਣਗੇ। ਇਸ ਬਾਰੇ ਜੀ ਅਗਲੇ ਹਫਤੇ ਅਸੀਂ ਗੱਲਬਾਤ ਥੋੜੀ ਜਿਹੀ ਹੋਰ ਕਰਾਂਗੇ, ਨਾਲ ਖਾਸ ਤੌਰ ਉੱਤੇ ਕਿ ਇਹ ਸਾਰੇ ਸਫ਼ਰ ਦੇ ਦੌਰਾਨ, ਕਿਉਂਕਿ ਤੁਸੀਂ ਮੁੜ ਤੋਂ ਡਿਸਾਈਡ ਕੀਤਾ ਐਜ਼ ਪ੍ਰੈਜ਼ੀਡੈਂਟ ਤੁਸੀਂ ਚੁਣੇ ਗਏ, ਕਿਸ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਦੁਬਾਰਾ ਤੁਸੀਂ ਸੋਚਿਆ ਇਸ ਪਾਸੇ ਆ ਕੇ ਕਮਿਊਨਿਟੀ ਦੇ ਵਿੱਚ ਕੁਝ ਨਾ ਕੁਝ ਕੀਤਾ ਜਾਏ? ਹੁਣ ਕੀ ਕੀਤਾ ਜਾ ਰਿਹਾ ਖਾਲਸਾ ਦੀਵਾਨ ਸੁਸਾਇਟੀ ਵੱਲੋਂ, ਇਸ ਬਾਰੇ ਕਰਾਂਗੇ ਗੱਲ ਅਗਲੇ ਹਫਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।